जी दोस्तों, मैं हूं अमजद मलिक और आप देख रहे हैं हमारे YouTube चैनल पंजाब दी शान। एक खूबसूरत टॉपिक के साथ आपकी खिदमत में हाजिर है जी। आज हमारी मुलाकात आमिर डोगर साहब के साथ है। टॉपिक हम जो डिस्कस करते हैं वो बड़ा अहमियत वाला होता है। हमारी वीडियो को मुकम्मल देखा करें और वीडियो के ऊपर आप कमेंट लाजमी किया करें। आप कमेंट जो करते हैं उस कमेंट से हमें बहुत कुछ जो है ना वो सीखने को मिलता है, क्योंकि आपके कमेंट से हम वीडियोस बनाते हैं। आज का हमारा टॉपिक जी, बकरी को किस उम्र में क्रॉस करवाना चाहिए, बकरी को किस किस्म के किस नस्ल के ब्रीडर से क्रॉस करवाना चाहिए, और क्रॉसिंग के पहले और क्रॉसिंग के बाद के जो प्रोटोकॉल है उसके ऊपर हम डिस्कशन करेंगे। आज हमारी वीडियो के साथ जनाब आमिर डोगर साहब और बाबा जी हमारे साथ बैठे हुए हैं जी। जी आमिर डोगर साहब अस्सलाम वालेकुम जी। वालेकुम अस्सलाम जी भाई, क्या हाल चाल है? सब खैरियत है? आमिर डोगर साहब, काफ़ी सारे दोस्त जनाब सवाल कर रहे हैं जी, तो मैंने कहा जी आमिर डोगर साहब से जी अमजद भाई तुसी बहुत अच्छा टॉपिक चूज किया है वाला। बेसिकली इस टॉपिक पे ना मुझे भी बहुत सारे कमेंट्स आते हैं। अच्छा कोशिश करेंगे पंजाबी और उर्दू में मिक्सर वीडियो बनाए, क्योंकि अमजद भाई उतने लोग हम इंडिया में भी देखते हैं जितने पाकिस्तान में देखते हैं, और वो जो इंडिया वाले फार्मर उनको उर्दू समझ नहीं आती, वो उनको पंजाबी ही ज़्यादा समझ में आती है ना। अच्छा अमजद भाई इस टॉपिक को ਅਸੀਂ मतलब कैसे लग चलांगे? ਇਹਦੇ ਚ 5-6 ਪੁਆਇੰਟ ਨੇ ਫਾਰਮਰਾਂ ਦੇ। ठीक है। ਬੱਕਰੀ ਨੂੰ ਕਿਸ ਉਮਰ ਚ ਕ੍ਰਾਸ ਕਰਵਾਉਣਾ ਚਾਹੀਦਾ ਹੈ? अच्छा। ਕਿਸ ਕਿਸਮ ਦੇ ਬਰੀਡਰ ਕੋਲੋਂ ਕ੍ਰਾਸ ਕਰਵਾਉਣਾ ਚਾਹੀਦਾ ਹੈ? ਠੀਕ ਹੈ, ਇਹਦੇ ਚ ਸਭ ਤੋਂ ਪਹਿਲਾਂ ਤਾਂ ਅਸੀਂ ਸਟਾਰਟ ਕਰ ਰਹੇ ਹਾਂ ਨਾ, ਬੱਕਰੀ ਨੂੰ ਕਿਸ ਉਮਰ ਚ ਕ੍ਰਾਸ ਕਰਵਾਉਣਾ ਚਾਹੀਦਾ ਹੈ। हाँ जी ਅਮਜਦ ਭਾਈ ਕੋਸ਼ਿਸ਼ ਇਹ ਕਰੋ ਕਿ ਬੱਕਰੀ ਜਦੋਂ ਵੀ ਕ੍ਰਾਸ ਕਰੋ 4 ਦਿਨ ਤੋਂ ਬਾਅਦ ਕ੍ਰਾਸ ਕਰੋ, जी ठीक है। ਕਿਉਂਕਿ 4 ਦਿਨ ਤੋਂ ਪਹਿਲੇ ਜਿਹੜੀ ਬੱਕਰੀਆਂ ਅਕਸਰ ਜਿਹੜਾ ਦੇ ਬੱਕਰੀਆਂ ਕ੍ਰਾਸ ਹੋ ਜਾਂਦੀਆਂ ਨੇ, ਤੁਸੀਂ ਅਕਸਰ ਦੇਖਿਆ ਹੋਵੇਗਾ ਬੱਕਰੀਆਂ ਨਸਲ ਦੀ ਬਹੁਤ ਅੱਛੀ ਹੁੰਦੀਆਂ ਨੇ, ਲੇਕਿਨ ਹਾਈਟ ਆਪਣੀ ਛੋਟੀ ਛੋਟੀ ਰੱਖ ਜਾਂਦੀਆਂ ਨੇ, ਉਹ ਬੱਚੇ ਵੀ ਕੋਈ ਇਤਨੇ ਹੈਲਦੀ ਪ੍ਰੋਡਿਊਸ ਨਹੀਂ ਕਰਦੀਆਂ। आमिर डोगर साहब, 4 दान तो मुराद बकरी की उम्र कितनी बढ़ती है? ਅਪਰੋਕਸੀਮੇਟਲੀ ਕੋਈ 18 ਮਹੀਨੇ ਦੇ ਕਰੀਬ। 18 ਮਹੀਨੇ। 18 ਮਹੀਨੇ ਦੀ ਪੱਠ ਹੋ ਜਾਵੇ ਤੇ ਫਿਰ ਉਹਨੂੰ ਕ੍ਰਾਸ ਕਰਾਓ ਜੀ। ਜੀ ਅੱਗੇ ਚਲੋ ਜੀ। ਕਮ ਸੇ ਕਮ ਬੱਕਰਾ ਜਿਹੜਾ ਹੈ ਨਾ, ਕਮ ਸੇ ਕਮ 2 ਦੰਦ ਜ਼ਰੂਰ ਹੋਵੇ। ਅੱਛਾ। ਕਿਉਂਕਿ ਬੱਕਰੇ ਦੇ ਸਪਰਮੀ ਏਜ ਦੇ ਨਾਲ ਮੈਚੁਰ ਹੁੰਦੇ। ਠੀਕ ਹੈ। ਠੀਕ ਹੈ, ਸਭ ਟਾਈਮ ਐਸਾ ਹੁੰਦਾ ਕਿ ਨਿੱਕੇ ਛੋਟੀ ਉਮਰ ਦੇ ਬੱਕਰਿਆਂ ਕੋਲੋਂ ਕਰਵਾ ਲੈਂਦੇ ਨੇ, ਉਹ ਕੋਈ ਹੈਲਦੀ ਬੱਚੇ ਪੈਦਾ ਨਹੀਂ ਹੁੰਦੇ। 2 ਦੰਦ ਤੋਂ ਜਿਹੜਾ ਬੱਕਰਾ ਕ੍ਰਾਸ ਕਰ ਜੇ, ਬੱਕਰੀ ਵੀ ਉਹਦੇ ਕੋਲੋਂ ਹੀ ਤੁਸੀਂ ਕ੍ਰਾਸ ਕਰਵਾਓ। ਕਮ ਸੇ ਕਮ 4 ਦੰਦ ਦੀ ਬੱਕਰੀ ਹੋਵੇ, ਕਿਉਂਕਿ ਛੋਟੀ ਬੱਕਰੀ ਜਿਹੜੀ ਹੈ ਨਾ, ਉਹ ਇੱਕ ਤੇ ਉਹ ਆਲਰੇਡੀ ਆਪ ਉਹਦੀ ਬਾਡੀ ਉਸ ਤਰ੍ਹਾਂ ਦੀ ਨਹੀਂ ਹੁੰਦੀ, ਉਹ ਆਪ ਡਿਵੈਲਪ ਹੋ ਰਹੀ ਹੁੰਦੀ ਹੈ ਨਾ, ਤੇ ਉਹ ਫਿਰ ਬੱਚਾ ਕੋਈ ਇਤਨਾ ਕੁ ਸਿਹਤਮੰਦ ਨਹੀਂ ਕਰਦਾ। ਫਿਰ ਇੱਕ ਸਵਾਲ ਹੈ ਦੋਸਤ ਇਹ ਕਰਦੇ ਨੇ ਕਿ ਕਿਸ ਕਿਸਮ ਦੇ ਬਰੀਡਰ ਦੇ ਕੋਲੋਂ ਬੱਕਰੀ ਕ੍ਰਾਸ ਕਰਵਾਈ ਜੀ। ਅਮਜਦ ਭਾਈ ਮੈਂ ਤੇ ਇਸ ਚੀਜ਼ ਦੇ ਬੜਾ ਸਖਤ ਖਿਲਾਫ ਹਾਂ ਜਿਹੜੇ ਨਸਲਾਂ ਦੇ ਵਿੱਚ ਦੋਗਲਾਪਨ ਲੈਂਦੇ ਨੇ। ਮਤਲਬ ਅੰਮ੍ਰਿਤਸਰੀ ਬੱਕਰੀ ਨੂੰ ਮੱਖੀ ਚੀਨੇ ਕੋਲੋਂ ਕ੍ਰਾਸ ਕਰਵਾਤਾ, ਰਾਜਨਪੁਰੀ ਨੂੰ ਮੱਖੀ ਚੀਨੇ ਕੋਲੋਂ ਕ੍ਰਾਸ ਕਰਵਾ ਦਿੱਤਾ, ਟੈਡੀ ਬੱਕਰੀਆਂ ਲੋਕੀ ਵੱਡੇ ਬੱਕਰਿਆਂ ਕੋਲੋਂ ਕ੍ਰਾਸ ਕਰਵਾਈ ਜਾਂਦੇ। ਦੇਖੋ ਕਿੰਨੀ ਵੱਡੀ ਬੇਵਕੂਫੀ ਹੈ ਕਿ ਅਗਰ ਬੱਚਾ ਪੈਦਾ ਹੋ ਗਿਆ ਬਾਪ ਵਰਗਾ ਤੇ ਬੱਕਰੀ ਹੋਏਗੀ ਛੋਟੀ, ਤੇ ਉਹ ਤੇ ਜਦੋਂ ਡਿਲੀਵਰ ਕਰੇਗੀ ਉਹ ਤੇ ਬਿਲਕੁਲ ਡੈਥ ਵਾਲਾ ਹਿਸਾਬ ਹੋ ਜਾਏਗਾ ਬੱਕਰੀ ਦਾ। ਬਿਲਕੁਲ ਹੋ ਵੀ ਜਾਂਦਾ ਹੈ, ਔਰ ਅਕਸਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਨਾ। ਕੋਸ਼ਿਸ਼ ਇਹ ਕਰੋ ਕਿ ਜਿਸ ਨਸਲ ਦੀ ਬੱਕਰੀ ਹੈ ਉਹਨੂੰ ਉਸੇ ਨਸਲ ਦੇ ਹੀ ਬੱਕਰੇ ਦੇ ਕੋਲੋਂ ਕ੍ਰਾਸ ਕਰੋ। ਇਹੋ ਜਿਹੇ ਮੈਂ ਉਸਤਾਦੋਂ ਦੀ ਗੱਲ ਰੋਕਾਂਗਾ, ਇਹੋ ਜਿਹੇ ਜਿਹੜੇ ਐਕਸਪੈਰੀਮੈਂਟ ਨੇ ਉਹ ਟੌਪ ਕਲਾਸ ਜਿਹੜੇ ਫਾਰਮਰ ਹਜ਼ਰਾਤ ਨੇ ਉਹ ਕਰਦੇ ਨੇ, ਕਿਉਂਕਿ ਉਹਨਾਂ ਕੋਲ ਸਾਰਾ ਸਿਸਟਮ ਹੁੰਦਾ ਬੱਕਰੀ ਸਵਾਣ ਦਾ। ਅਗਰ ਇੱਕ ਬੱਕਰੀ ਮੱਖੀ ਚੀਨੀ ਹੈ, ਉਹ ਅੰਮ੍ਰਿਤਸਰੀ ਦਾ ਕ੍ਰਾਸ ਕਰਦੇ ਨੇ, ਤਾਂ ਉਹਨਾਂ ਕੋਲ ਐਕਸਪਰਟ ਹੁੰਦੇ ਨੇ। ਆਮ ਆਦਮੀ ਜਿਹੜੇ ਲੋਕਲ ਫਾਰਮਰ ਨੇ ਜਾਂ ਜਿਹੜੇ ਨਏ ਦੋਸਤ ਨੇ, ਉਹ ਇਹੋ ਜਿਹੇ ਤਜਰਬੇ ਨਾ ਕਰੋ ਕਿ ਉਸ ਵਿੱਚ ਬੱਕਰੀ ਦੀ ਡੈਥ ਦਾ ਅੰਦਰ ਬਈ ਇਸ ਤਰ੍ਹਾਂ ਬਹੁਤ ਸਾਰੀ ਨਸਲਾਂ ਜਿਹੜੀਆਂ ਨੇ ਖਰਾਬ ਹੋ ਗਈਆਂ ਨੇ। ਕਿਸੇ ਵਕਤ ਦੇ ਵਿੱਚ ਤੁਸੀਂ ਇਹ ਦੇਖੋ ਕਿ ਮੱਖੀ ਚੀਨਾ ਬੱਕਰਾ, ਅੱਛਾ ਅਸੀਂ ਅੱਜ ਵੀ ਕਿਸੇ ਬੰਦੇ ਨੂੰ ਕਹਿੰਦੇ ਨੇ ਕਿ ਅਸੀਂ ਬੱਕਰਾ ਪਾਲਿਆ ਹੈ, ਤੇ ਉਹ ਕਹਿ ਦੇਣਗੇ ਮੱਖੀ ਚੀਨਾ ਪਾਲਿਆ, ਯਾਨੀ ਕਿ ਕਿਸੇ ਵਕਤ ਦੇ ਵਿੱਚ ਮੱਖੀ ਚੀਨਾ ਬੱਕਰੇ ਤੇ ਬਹੁਤ ਅਰੂਦ ਸੀ, ਲੇਕਿਨ ਉਹ ਫਿਰ ਉਹ ਕਰਾਸਾਂ ਕਰਾ ਕੇ ਉਸ ਨਸਲ ਦਾ ਹੀ ਬੇੜਾ ਗਰਕ ਕਰ ਦਿੱਤਾ ਗਿਆ। ਮੱਖੀ ਚੀਨਾ ਬੱਕਰਾ ਐਡੇ ਲੰਮੇ ਕੰਨ ਪ੍ਰੋਡਿਊਸ ਕਰਦਾ ਸੀ, ਐਡੀ ਮੋਟੀ ਲੱਤ ਪ੍ਰੋਡਿਊਸ ਕਰਦਾ ਸੀ। ਹੁਣ ਉਹਦੇ 'ਚ ਕੋਈ ਚੀਜ਼ ਵੀ ਜਿਹੜੀ ਹੈ ਨਾ ਉਹੋ ਜਿਹੀ ਰਹਿ ਹੀ ਨਹੀਂ ਗਈ ਜਾਨਵਰ ਦੇ ਵਿੱਚ ਜੀ। ਐਸੇ ਤਰ੍ਹਾਂ ਜਿਹੜਾ ਅੰਮ੍ਰਿਤਸਰੀ ਬੱਕਰਾ ਹੈ, ਮੈਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਜਿਹੜੇ ਅੰਮ੍ਰਿਤਸਰੀ ਦੇ ਫਾਰਮਰ ਨੇ ਨਾ, ਬਹੁਤ ਜ਼ਿਆਦਾ ਉਹ ਆਪਣੇ ਜਾਨਵਰਾਂ ਨੂੰ ਅੰਮ੍ਰਿਤਸਰੀ ਜਾਨਵਰ ਦੇ ਕੋਲੋਂ ਹੀ ਕ੍ਰਾਸ ਕਰਵਾਉਂਦੇ ਨੇ। ਇਸ ਲਈ ਅੱਜ ਵੀ ਟੌਪ ਆਫ ਦਾ ਲਾਈਨ ਬਰੀਡ ਅੰਮ੍ਰਿਤਸਰੀ ਬਰੀਡ ਹੀ ਗਿਣੀ ਜਾਂਦੀ ਹੈ। ਠੀਕ ਹੈ। ਤੁਸੀਂ ਹੱਸ ਰਹੇ ਹੋ ਕਿਉਂਕਿ ਮੈਂ ਅੰਮ੍ਰਿਤਸਰ ਦਾ ਸ਼ੋਅ ਕਰ ਰਹਾ ਹਾਂ, ਲੇਕਿਨ ਨਹੀਂ ਠੀਕ ਹੈ, ਤੁਸੀਂ ਆਪਣਾ ਦੇਖੋ ਅਮਜਦ ਭਾਈ ਤੁਸੀਂ ਇਹ ਦੇਖੋ, ਅਸੀਂ ਦੁੱਧ ਦਾ ਕੰਪੈਰੀਜ਼ਨ ਕਰ ਲੈਣਾ, ਅੰਮ੍ਰਿਤਸਰੀ ਬੱਕਰੀ ਨੂੰ ਕੋਈ ਨਹੀਂ ਬੀਟ ਕਰ ਰਿਹਾ। ਜਨਾਬ ਟੌਪਿਕ ਦਾ ਜੀ, टॉपिक था आमिर डोगर साहब, टॉपिक था जी, टॉपिक साढ़ा दूसरी साइड चला जाएगा जी। अच्छा तकलीफ है, दो गल्ला हो गया जी।
ਕ੍ਰਾਸਿੰਗ ਤੋਂ ਪਹਿਲੇ ਦੇ ਪ੍ਰੋਟੋਕੋਲ ਔਰ ਕ੍ਰਾਸਿੰਗ ਤੋਂ ਬਾਅਦ ਦੇ ਜਿਹੜੇ ਪ੍ਰੋਟੋਕੋਲ ਨੇ ਜਨਾਬ ਉਹਦੇ ਤੇ ਗੱਲ ਅੱਛਾ ਅਮਜਦ ਭਾਈ ਦੇਖੋ ਕ੍ਰਾਸਿੰਗ ਦੇ ਜਿਹੜੇ ਪਹਿਲੇ ਪ੍ਰੋਟੋਕੋਲ ਨੇ ਉਹ ਮੈਂ ਦੱਸ ਦਿੱਤਾ ਕਿ ਤੁਹਾਡਾ ਜਾਨਵਰ ਹੈਲਦੀ ਹੋਣਾ ਚਾਹੀਦਾ, ਏਜ ਵਿੱਚ ਪੂਰਾ ਹੋਣਾ ਚਾਹੀਦਾ ਹੈ। ਬੱਕਰੀ ਜਿਹੜੀ ਨਾ 14 ਦਿਨ ਤੋਂ ਲੈ ਕੇ 15 ਦਿਨ ਤੱਕ ਰਿਪੀਟ ਹੁੰਦੀ ਹੈ ਕ੍ਰੋਸਿੰਗ ਤੋਂ ਬਾਅਦ। ਠੀਕ ਹੈ। ਅਗਰ ਤੁਸੀਂ ਬੱਕਰੀ ਕ੍ਰਾਸ ਕਰਵਾਈ ਹੈ, ਕੋਸ਼ਿਸ਼ ਕਰੋ ਕਿ ਇੱਕੋ ਹੀ ਬਰੀਡਰ ਕੋਲ 2 ਦਫਾ ਕ੍ਰਾਸ ਹੋਵੇ। ਠੀਕ ਹੈ। ਜਿਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਦਫਾ ਕ੍ਰਾਸ ਹੋ ਗਈ, ਦੂਸਰੀ ਦਫਾ ਵੀ ਉਸੇ ਬਰੀਡਰ ਕੋਲ ਤੁਹਾਡੀ ਬੱਕਰੀ ਕ੍ਰਾਸ ਹੋਵੇ। ਅਗਰ ਤੁਹਾਡੀ ਬੱਕਰੀ ਨੇ ਰਿਪੀਟ ਹੋਣਾ ਹੋਏਗਾ ਤਾਂ ਉਹ 14-15 ਦਿਨਾਂ 'ਚ ਤੁਹਾਡੀ ਬੱਕਰੀ ਰਿਪੀਟ ਹੋ ਜਾਏਗੀ। ਨਹੀਂ ਤੇ ਅਗਰ ਤੁਹਾਡੀ ਬੱਕਰੀ 1 ਮਹੀਨੇ ਤੱਕ ਰਿਪੀਟ ਨਹੀਂ ਹੁੰਦੀ ਜੀ, ਠੀਕ ਤੁਹਾਡੀ ਬੱਕਰੀ ਜਿਹੜੀ ਨਾ 1.5 ਮਹੀਨੇ ਬਾਅਦ 2 ਮਹੀਨੇ ਬਾਅਦ ਅਲਟਰਾਸਾਊਂਡ ਦੇ ਵਿੱਚ ਉਹ ਆਪਣਾ ਆਪ ਦੱਸਣ ਲੱਗ ਪੈਂਦੀ ਏ ਕਿ ਤੁਹਾਡੀ ਬੱਕਰੀ ਦੇ ਅੰਦਰ ਪ੍ਰੈਗਨੈਂਸੀ ਮੈਚੁਰ ਹੈ ਕਿ ਅਨਮੈਚੁਰ ਹੈ। ਇੱਕ ਸਵਾਲ ਇਸ ਟੌਪਿਕ ਦੇ ਵਿੱਚ ਆ ਗਿਆ, ਮੈਂ ਤੁਹਾਡੀ ਗੱਲ ਕਰਨਾ ਕਿ ਬੱਕਰੀ ਇੱਕ ਦਫਾ ਕ੍ਰਾਸ ਹੋਈ ਇੱਕ ਬਰੀਡਰ ਕੋ, ਨਾਲ ਹੀ ਬੱਕਰੀ ਦੂਜੇ ਬਰੀਡਰ ਕੋ ਕ੍ਰਾਸ ਹੋ ਗਈ, ਹੁਣ ਰਿਜ਼ਲਟ ਜਿਹੜਾ ਹੈ ਉਹ ਪਹਿਲੇ ਬਰੀਡਰ ਦਾ ਆਏਗਾ ਜਾਂ ਦੂਜੇ ਦਾ? ਪਹਿਲੇ ਬਰੀਡਰ ਦਾ ਆਏਗਾ। ਉਹਦੀ ਵਜ੍ਹਾ ਕੀ ਹੈ ਕਿ ਜਿਸ ਤਰ੍ਹਾਂ ਮਤਲਬ ਕਿ ਸੀਮਨਸ ਇੱਕ ਸਪਰਮ ਹੁੰਦੇ ਨੇ, ਇਸੇ ਤਰ੍ਹਾਂ ਹੀ ਬੱਕਰੀ ਦੀ ਬੱਚੇਦਾਨੀ ਦੇ ਵਿੱਚ ਕੁਝ ਅੰਡੇ ਹੁੰਦੇ ਨੇ। ਠੀਕ ਹੈ। ਜਿਹੜਾ ਸਪਰਮ ਪਹਿਲੇ ਜਾ ਕੇ ਉਸ ਅੰਡੇ ਨੂੰ ਹਿੱਟ ਕਰ ਜਾਏਗਾ ਬੱਚਾ ਉਹਦਾ ਹੀ ਪੈਦਾ ਹੋਏਗਾ। ਠੀਕ ਹੋ ਗਿਆ ਜੀ ਸਰ, ਅੱਗੇ ਚਲੋ ਜੀ ਆਪਣੇ ਟੌਪਿਕ। ਅੱਛਾ 2 ਮਹੀਨੇ ਬਾਅਦ ਤੁਸੀਂ ਬੱਕਰੀ ਦਾ ਅਲਟਰਾਸਾਊਂਡ ਕਰਵਾਉਂਦੇ ਹੋ। ਅਲਟਰਾਸਾਊਂਡ ਦੇ ਵਿੱਚ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਤੁਹਾਡਾ ਜਾਨਵਰ ਜਿਹੜਾ ਵੇ ਉਹਦੇ ਅੰਦਰ ਪ੍ਰੈਗਨੈਂਸੀ ਮੈਚੁਰ ਹੈ। 2 ਮਹੀਨੇ ਵਿੱਚ ਉਹ ਅਲਟਰਾਸਾਊਂਡ ਬੱਚਾ ਆਉਣਾ ਸ਼ੁਰੂ ਹੋ ਜਾਂਦਾ ਹੈ। ਅੱਛਾ ਅਮਜਦ ਭਾਈ ਉਸ ਤੋਂ ਬਾਅਦ ਇੱਕ ਇੰਜੈਕਸ਼ਨ ਹੁੰਦਾ ਵੇ ਪ੍ਰੋਜੈਸਟਰੋਨ ਦਾ। ਵੀਡੀਓ ਦੇ ਵਿੱਚ ਤੁਸੀਂ ਤਸਵੀਰ ਲਗਾ ਦੇਣਾ ਇਹਦੀ। ਉਹ 2 ਮਹੀਨੇ ਅਗਰ ਤੁਹਾਨੂੰ ਕਨਫਰਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਆਪਣੇ ਜਾਨਵਰ ਨੂੰ ਇੰਜੈਕਸ਼ਨ ਅਪਲਾਈ ਕਰਦੇ ਨੇ, ਉਹਦੇ ਵਜ਼ਨ ਦੇ ਮੁਤਾਬਕ ਇੰਜੈਕਸ਼ਨ ਦੇ ਉੱਪਰ ਲਿਖਿਆ ਹੁੰਦਾ ਹੈ। ਠੀਕ ਹੈ। ਅੱਛਾ ਕੁਝ ਲੋਕਾਂ ਦੀਆਂ ਬੱਕਰੀਆਂ ਐਸਾ ਹੁੰਦੀਆਂ ਨੇ ਕਿ ਤੀਸਰੇ ਚੌਥੇ ਮਹੀਨੇ ਬੱਚੇ ਸੁੱਟ ਦਿੰਦੀਆਂ ਨੇ। ਠੀਕ ਹੈ। ਉਹਨਾਂ ਨੂੰ ਤੁਸੀਂ ਪਹਿਲੇ ਮਹੀਨੇ ਵੀ ਇੰਜੈਕਸ਼ਨ ਲਗਾਓਗੇ, ਸੌਰੀ ਤੀਸਰੇ ਮਹੀਨੇ ਨੂੰ ਇੰਜੈਕਸ਼ਨ ਲੱਗੇਗਾ, ਚੌਥੇ ਲੱਗੇਗਾ ਤੇ ਪੰਜਵੇਂ ਡਿਲੀਵਰੀ ਤੋਂ 15 ਦਿਨ ਪਹਿਲੇ ਇੰਜੈਕਸ਼ਨ ਫੇਰ ਲੱਗੇਗਾ ਪ੍ਰੋਜੈਸਟਰੋਨ ਦਾ। ਠੀਕ ਹੈ। ਠੀਕ ਹੈ। ਤੇ ਜਿਹੜੇ ਬੱਕਰੀਆਂ ਨੇ ਪਹਿਲੇ ਬੱਚੇ ਨਹੀਂ ਸੁੱਟੇ ਜਾਂ ਜਿਨ੍ਹਾਂ ਨੇ ਮਤਲਬ ਕਿ ਤੁਸੀਂ ਕਹਿ ਲਓ ਕਿ ਜਿਸ ਹੁੰਦਾ ਨਾ ਬੱਚੇ ਕੱਚੇ ਸੁੱਟਦੇ ਨੇ, ਅਗਰ ਉਹਨਾਂ ਦਾ ਕੋਈ ਪਿਛਲੀ ਹਿਸਟਰੀ ਇਹੋ ਜਿਹੀ ਨਹੀਂ ਹੈਗੀ ਤਾਂ ਇੱਕ ਇੰਜੈਕਸ਼ਨ ਹੀ ਕਾਫੀ ਹੈ 2 ਮਹੀਨੇ ਬਾਅਦ ਜਿਹੜਾ ਲੱਗਦਾ ਹੈ। ਠੀਕ ਹੈ। 3.5 ਮਹੀਨੇ ਤੋਂ ਬਾਅਦ ਵਿੱਚੋਂ ਤੁਸੀਂ ਜਿਹੜਾ ਕਰਨਾ ਹੈ 3.5 ਮਹੀਨੇ ਬਾਅਦ ਤੁਸੀਂ ਆਪਣੀ ਜਿਹੜੀ ਤੁਹਾਡੀ ਬੱਕਰੀ ਸੂਣ ਵਾਲੀ ਹੈ, ਫਾਰਮਰ ਹਜ਼ਰਾਤ ਇਹ ਜ਼ਰੂਰੀ ਕਰਨ ਕਿ ਤੁਸੀਂ ਉਹਨੂੰ ਜਿਹੜਾ ਨਾ ਦੂਸਰੇ ਜਾਨਵਰਾਂ ਤੋਂ ਅਲੱਗ ਕਰ ਦਿਓ। ਠੀਕ ਹੈ। ਕਿਉਂਕਿ ਇਹੋ ਜਿਹੇ ਬਹੁਤ ਜ਼ਿਆਦਾ ਕੇਸ ਦੇਖਣ ਦੇ ਵਿੱਚ ਆਏ ਨੇ ਕਿ ਇੱਕ ਬੱਕਰੀ ਨੇ ਦੂਸਰੀ ਬੱਕਰੀ ਦੇ ਪੇਟ ਦੇ ਵਿੱਚ ਟੱਕਰ ਮਾਰੀ ਹੈ ਤੇ ਉਹਦੇ ਬੱਚੇ ਜ਼ਾਇਆ ਹੋ ਗਏ ਨੇ। ਇਵਨ ਕਿ ਬੱਕਰੀਆਂ ਵੀ ਜ਼ਾਇਆ ਹੋਈਆਂ ਨੇ। ਕਈ ਬੱਕਰੀਆਂ ਐਸੀਆਂ ਹੁੰਦੀਆਂ ਨੇ ਫਾਰਮਾਂ ਦੇ ਵਿੱਚ ਜਿਹੜੀਆਂ ਆਪ ਨਹੀਂ ਸੁੰਦੀਆਂ, ਲੇਕਿਨ ਯਕੀਨ ਕਰੋ ਉਹ ਪਤਾ ਨਹੀਂ ਕਿਤਨੀਆਂ ਨਸਲਾਂ ਬਰਬਾਦ। ਇਹੋ ਜਿਹੀ ਬੱਕਰੀ ਕੋਸ਼ਿਸ਼ ਕਰੋ ਫਾਰਮ ਤੋਂ ਜਾਂ ਤਾਂ ਬਾਹਰ ਬਣੋ ਤੇ ਜਾਂ ਫਿਰ ਉਹਨੂੰ ਦੇ ਦਿਓ। ਬਿਲਕੁਲ ਐਸਾ ਮੈਂ ਤਾਂ ਹੀ ਕਹਿੰਦਾ। ਹਾਂਜੀ। ਅੱਛਾ ਇੱਕ ਚੀਜ਼ ਤੁਸੀਂ ਹੋਰ ਸਾਜੀ ਤੁਸੀਂ ਡਿਸਕਸ ਕਰਦੇ ਪਏ ਵਿੱਚ ਮੈਂ ਸਵਾਲ ਆ ਰਹੇ ਨੇ ਬਈ ਤੁਸੀਂ ਕਿਹਾ ਜੀ ਉਹਦਾ ਕਰਾ ਲਓ ਅਲਟਰਾਸਾਊਂਡ। ਹਾਂਜੀ। ਅੱਛਾ ਕਈ ਜਗ੍ਹਾ ਤੇ ਅਲਟਰਾਸਾਊਂਡ ਦਾ ਸਿਸਟਮ ਨਹੀਂ ਹੈ ਤੇ ਫਿਰ ਉਹਦਾ ਕੀ ਕਿਸ ਤਰ੍ਹਾਂ ਪਤਾ ਚੱਲ ਜਾਏਗਾ ਕਿ ਬੱਕਰੀ ਅਮਜਦ ਭਾਈ ਜਿਹੜੇ ਪੁਰਾਣੇ ਫਾਰਮਰ ਨੇ ਨਾ ਉਹ ਬੱਕਰੀ ਦੇ ਚੱਡੇ ਦੇ ਅੱਗੇ ਹੱਥ ਲਾ ਕੇ ਹੀ ਦੱਸ ਦਿੰਦੇ ਨੇ ਕਿ ਕਿਆ ਬੱਕਰੀ ਕ੍ਰਾਸ ਹੋ ਕੇ ਮੈਚੁਰ ਹੋ ਗਈ ਹੈ ਜਾਂ ਨਹੀਂ, ਜਾਂ ਬੱਕਰੀ ਪਿੱਛੋਂ ਆਪਣੇ ਮੂਤਰੀ ਤੋਂ ਦੱਸ ਦਿੰਦੀ ਹੈ। ਅੱਛਾ ਕਿ ਬੱਕਰੀ 2 ਮਹੀਨੇ ਤੱਕ ਅਗਰ ਬੱਕਰੀ ਰਿਪੀਟ ਨਹੀਂ ਹੋਈ, ਜੇ ਬੱਕਰੀ ਨਹੀਂ ਬੋਲੀ ਤਾਂ ਮਤਲਬ ਕਿ ਬੱਕਰੀ ਤੁਹਾਡੀ ਖੜੀ ਹੈ ਜੀ। ਠੀਕ ਹੋ ਗਿਆ। ਅੱਛਾ 3.5 ਮਹੀਨੇ ਬਾਅਦ ਤੁਸੀਂ ਆਪਣੇ ਜਾਨਵਰ ਨੂੰ ਅਲੱਗ ਕਰ ਦਿਓਗੇ। ਠੀਕ ਹੈ। ਜੇ ਤੁਸੀਂ ਆਪਣੇ ਜਾਨਵਰ ਨੂੰ ਅਲੱਗ ਕਰੋਗੇ ਉਸ ਤੋਂ ਬਾਅਦ ਤੁਸੀਂ ਜਾਨਵਰ ਦੇ ਬੋਡੀ weight ਦੇ ਮੁਤਾਬਕ ਜਿੰਨਾ ਤੁਹਾਡੀ ਬੱਕਰੀ ਦਾ ਵਜ਼ਨ ਹੈ, ਹਾਲੀਆ ਜਿੰਨਾ ਵਜ਼ਨ ਹੈ, ਅਗਰ ਤੁਹਾਡੀ ਬੱਕਰੀ 50 ਕਿਲੋ ਤੇ ਖੜੀ ਹੈ ਤੇ ਤੁਸੀਂ ਉਹਨੂੰ 1 ਪਾਈਆ ਗੰਦਮ ਦਿਓਗੇ। 50 ਕਿਲੋ ਤੇ 1 ਪਾਈਆ। ਠੀਕ ਹੈ। 100 ਕਿਲੋ ਤੇ ਅੱਧਾ ਕਿਲੋ। ਅਜ਼ਾਨ ਹੋ ਰਹੀ ਜੀ, ਵੀਡੀਓ ਦੇ ਸਟਾਪ ਕਰੋ ਜੀ। ਜੀ ਦੋਸਤੋ ਅਜ਼ਾਨ ਦੇ ਵਕਫੇ ਤੋਂ ਬਾਅਦ ਜਨਾਬ ਅਸੀਂ ਆਪਣੀ ਗੁਫ਼ਤਗੂ ਕੰਟੀਨਿਊ ਕਰਦੇ ਹਾਂ ਜੀ ਆਮਰ ਡੋਗਰ ਸਾਹਿਬ। ਅੱਛਾ ਸਰ ਅਸੀਂ ਗੱਲ ਕਰ ਰਹੇ ਹਾਂ ਪੈਸਾ ਕਿ ਜਾਨਵਰ ਨੂੰ 3.5 ਮਹੀਨੇ ਤੋਂ ਬਾਅਦ ਚੋਂ ਨਾ ਬੱਕਰੀ ਨੂੰ ਦੂਸਰੇ ਜਿਹੜੇ ਤੁਹਾਡੇ ਐਨੀਮਲਸ ਨੇ ਨਾ ਉਹਨਾਂ ਦੇ ਕੋਲੋਂ ਥੋੜਾ ਅਲੱਗ ਕਰ ਦਿੱਤਾ ਜਾਏ। ਠੀਕ ਹੈ। ਕਿਉਂਕਿ ਉਹਨੂੰ ਕੋਈ ਦੂਸਰੀ ਬੱਕਰੀ ਹਿੱਟ ਨਾ ਕਰੇ। ਇਹ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਕੁਝ ਕਹਿੰਦੇ ਨੇ ਨਾ ਖੇਡਾਂਗੇ ਨਾ ਖੇਡਣ ਦੇਵਾਂਗੇ, ਉਹ ਨਾ ਉਹ ਆਪਸ ਵਾਲੀਆਂ ਸੁਣਦੀਆਂ ਨੇ ਤੇ ਜਿਹੜੀ ਸੂਣ ਵਾਲੀ ਹੁੰਦੀਆਂ ਨੇ ਉਹਨਾਂ ਨੂੰ ਵੀ ਟੱਕਰਾਂ ਮਾਰ ਕੇ ਉਹਨਾਂ ਦੇ ਬੱਚੇ ਜ਼ਾਇਆ ਕਰਦੀਆਂ ਨੇ। ਹਾਂਜੀ। ਅੱਛਾ ਉਸ ਤੋਂ ਬਾਅਦ ਅੰਦਰ ਭਾਈ ਤੁਸੀਂ ਜਾਨਵਰ ਦੇ ਬੋਡੀ weight ਦੇ ਮੁਤਾਬਿਕ ਅੱਧੀ ਗੰਦਮ ਤੁਸੀਂ ਉਹਨਾਂ ਨੂੰ ਐਕਸਟਰਾ ਦੇਣੀ ਸ਼ੁਰੂ ਕਰ ਦੇਣੀ ਹੈ। ਮਤਲਬ ਅਗਰ ਤੁਹਾਡੀ ਬੱਕਰੀ 50 ਕਿਲੋ ਦੀ ਹੈ, ਠੀਕ ਹੈ, ਤੁਸੀਂ ਉਹਨੂੰ 250 ਗ੍ਰਾਮ ਤੋਂ ਲੈ ਕੇ ਤੇ 300 ਗ੍ਰਾਮ ਤੱਕ 400 ਗ੍ਰਾਮ ਤੱਕ, ਮਤਲਬ ਅਗਰ ਤੁਹਾਡੀ ਬੱਕਰੀ ਦਾ ਹਾਜ਼ਮਾ ਅੱਛਾ ਹੈਗਾ ਤੁਸੀਂ 400 ਗ੍ਰਾਮ ਗੰਦਮ ਵੀ ਦੇ ਸਕਦੇ। ਠੀਕ ਹੈ। ਅਗਰ 100 ਕਿਲੋ ਵਜ਼ਨ ਹੈ ਤੇ ਉਹਦੇ ਮੁਤਾਬਕ ਤੁਸੀਂ ਉਹਦਾ ਐਕਸਟਰਾ ਡਾਈਟ ਮੈਂ ਦੱਸਣਾ ਜਿਹੜੀ ਤੁਸੀਂ ਡਾਈਟ ਆਲਰੇਡੀ ਦੇ ਰਹੇ ਹੋ ਉਹਦੇ ਤੋਂ ਐਕਸਟਰਾ, ਕਿਉਂਕਿ ਇੱਥੇ ਤੁਹਾਡੇ ਬੱਕਰੀ ਨੂੰ ਐਕਸਟਰਾ એનર્ਜੀ ਦੀ ਜ਼ਰੂਰਤ ਹੈ। ਠੀਕ ਹੈ। ਅੱਛਾ ਫਿਰ ਇਸੇ ਦੌਰਾਨ ਤੁਸੀਂ ਆਪਣੇ ਜਾਨਵਰ ਜੋ ਤੁਹਾਡਾ ਜਾਨਵਰ 4 ਮਹੀਨੇ ਦਾ ਹੋ ਜਾਵੇ ਨਾ, ਤੁਸੀਂ ਅਗਰ ਤੇ ਨੇ ਗਰਮੀਆਂ ਤੇ ਤੁਸੀਂ ਉਹਨੂੰ ਸਰਸੋਂ ਦਾ ਆਇਲ ਜ਼ਰੂਰ ਦੇਣਾ। ਠੀਕ ਹੈ। ਅਗਰ ਸਰਦੀਆਂ ਨੇ ਤੁਸੀਂ ਉਹਨੂੰ ਦੇਸੀ ਘੀ ਜ਼ਰੂਰ ਦੇਣਾ।
ਠੀਕ ਹੈ। ਚਾਹੇ ਥੋੜਾ ਥੋੜਾ ਕਰਕੇ ਦਿੰਦੇ ਰਹੋ ਕਿਉਂਕਿ ਉਹਨੂੰ ਡਿਲੀਵਰੀ ਦੇ ਵਿੱਚ ਆਸਾਨੀ ਹੋਏਗੀ। ਦੇਸੀ ਹੋ ਜਾਏ ਜਾਂ ਡਾਲਡਾ ਹਾਂਜੀ। ਡਾਲਡਾ ਵੀ ਦੇ ਸਕਦੇ ਨੇ ਜੀ। ਠੀਕ ਹੈ। ਅੱਛਾ 5 ਮਹੀਨੇ ਜਿਵੇਂ ਤੁਹਾਡੇ ਪੂਰੇ ਹੋ ਗਏ, ਹੂੰ, ਅੱਛਾ ਇਹਦੇ 'ਚ ਮੈਂ ਇੱਕ ਚੀਜ਼ ਐਂਡ ਤੇ ਰੱਖੀ ਹੈ। ਹੂੰ, ਉਹ ਮੇਰੇ ਜ਼ਿਹਨ 'ਚ ਵੀ ਹੈ। ਹਾਂਜੀ ਉਹ ਮੈਂ ਇੱਕ ਚੀਜ਼ ਐਂਡ ਤੇ ਕਿਉਂ ਰੱਖੀ, ਦੋਸਤਾਂ ਨੇ ਵੀਡੀਓ ਪੂਰੀ ਨਹੀਂ ਸੀ ਵੇਖਣੀ, ਵੀਡੀਓ ਪੂਰੀ ਨਹੀਂ ਸੀ ਉਹ ਮੈਂ ਐਂਡ ਤੇ ਜਿਹੜੀ ਰੱਖੀ ਮੈਂ ਬਾਅਦ ਦੱਸਣਾ। ਬੜਾ ਅਹਿਮ ਸਵਾਲ ਹੋ ਮੇਰੇ ਜ਼ਿਹਨ 'ਚ ਵੀ ਹੈ। ਬਿਲਕੁਲ ਆਮਰ ਸਾਹਿਬ ਮੇਰੇ ਖਿਆਲ ਉੱਥੇ ਪਹੁੰਚ ਗਏ ਨੇ ਜੀ। ਅੱਛਾ ਉਹਦੇ 'ਚ ਅਮਜਦ ਭਾਈ ਅਸੀਂ ਕੀ ਕਰਨਾ ਹੈ, 5 ਮਹੀਨੇ ਬੱਕਰੀ ਤੁਹਾਡੇ ਹੋ ਗਈ, ਬੱਕਰੀ ਤੁਹਾਡੇ ਦੂਸਰੇ ਜਾਨਵਰਾਂ ਤੋਂ ਅਲੱਗ ਹੈ, ਬੱਕਰੀ ਤੁਹਾਡੀ ਨੇ ਖੈਰੀ ਸੁਖੀ ਡਿਲੀਵਰ ਕਰ ਦਿੱਤਾ ਹੈ। ਹੂੰ, ਠੀਕ ਹੈ, ਬੱਕਰੀ ਤੁਹਾਡੀ ਨੇ ਜਦੋਂ ਡਿਲੀਵਰ ਕਰ ਦਿੱਤਾ ਹੈ, ਕੋਸ਼ਿਸ਼ ਤੁਸੀਂ ਇਹ ਕਰਨੀ ਹੈ ਕਿ ਨੀਅਰ ਟੂ ਡਿਲੀਵਰੀ ਯਾਨੀ ਕਿ ਜਦੋਂ 1 ਜਾਂ 2 ਦਿਨ ਰਹਿ ਜਾਣ, ਹੂੰ, ਤੁਸੀਂ ਆਪਣੇ ਜਾਨਵਰ ਨੂੰ ਕਿਤੇ ਐਸੀ ਜਗ੍ਹਾ ਤੇ ਰੱਖਣਾ ਜਿੱਥੇ ਉਹ ਜੰਗਲੀ ਜਾਨਵਰਾਂ ਦੀ ਪਹੁੰਚ ਤੋਂ ਦੂਰ ਹੋਵੇ, ਹੂੰ, ਕੁੱਤੇ ਦੀ, ਗਿੱਦੜ ਦੀ, ਕਿਸੇ ਵੀ ਪਹੁੰਚ ਦੂਰ, ਕਿਉਂਕਿ ਇਹੋ ਜਿਹੇ ਬਹੁਤ ਸਾਰੇ ਕੇਸ ਆਏ ਨੇ ਕਿ ਬੱਕਰੀ ਨੇ ਡਿਲੀਵਰ ਕੀਤਾ ਇਹਦੇ ਬੱਚੇ ਗਿੱਦੜ ਮਾਰ ਗਏ। ਉਹਦੀ ਵਜ੍ਹਾ ਕਿ ਜਦੋਂ ਬੱਕਰੀ ਸੌਂਦੀ ਹੈ ਨਾ, ਉਹ ਜ਼ੇਰ ਦੀ ਇੱਕ ਸਮੈਲ ਹੁੰਦੀ ਹੈ, ਉਹ ਬਹੁਤ ਦੂਰ ਤੱਕ ਜਾਂਦੀ ਹੈ, ਬਲੱਡ ਹੈ ਜੀ ਬਿਲਕੁਲ ਉਹਦੀ ਸਮੈਲ ਬਹੁਤ ਦੂਰ ਤੱਕ ਜਾਂਦੀ ਹੈ, ਤੇ ਉਹ ਸਮੈਲ ਤੇ ਜਾਨਵਰ ਅਟਰੈਕਸ਼ਨ ਹੋ ਆਉਂਦੇ ਨੇ, ਉਹ ਤੁਹਾਡੇ ਜਾਨਵਰ ਨੂੰ ਨੁਕਸਾਨ ਦੇ ਸਕਦੇ, ਇਵਨ ਕਿ ਤੁਹਾਡੀ ਬੱਕਰੀ ਨੂੰ ਵੀ ਨੁਕਸਾਨ ਦੇ ਸਕਦੇ। ਦੇ ਸਕਦੇ ਨੇ ਜੀ ਬਿਲਕੁਲ। ਅਮਜਦ ਭਾਈ ਇਸ ਪ੍ਰੋਟੋਕੋਲ ਤੇ ਅਮਲ ਕੀਤਾ ਜਾਏ, ਇਨਸ਼ਾਅੱਲਾ ਫਾਰਮਰ ਨੂੰ ਫਾਇਦਾ ਹੋਏਗਾ। ਅੱਛਾ ਹੁਣ ਜਿਹੜੀ ਮੇਨ ਗੱਲ ਜਿਹੜੀ ਮੈਂ ਰੱਖ ਗਿਆ ਸਾਂ, ਉਹਦੇ ਚ ਅਮਜਦ ਭਾਈ ਇਹ ਜੇ ਕਿ ਬੱਕਰੀ ਕ੍ਰਾਸ ਕਿਹੜੇ ਮੌਸਮ 'ਚ ਕਰਵਾਈ। ਠੀਕ ਸਵਾਲ ਫਿਰ ਵੀ ਮੇਰੇ ਜ਼ਿਹਨ 'ਚ ਵੀ ਇੱਕ ਹੈ, ਵੀਡੀਓ ਦੇ ਵਿੱਚ ਬੜਾ ਅਹਿਮ ਆਖਰ ਤੇ ਸਵਾਲ ਮੇਰੇ ਜ਼ਿਹਨ 'ਚ ਹੈ ਜਿਹੜਾ ਜੀ। ਅੱਛਾ ਅਮਜਦ ਭਾਈ ਬੱਕਰੀ ਤੁਸੀਂ ਜਦੋਂ ਵੀ ਕ੍ਰਾਸ ਕਰਵਾਓ ਨਾ, ਹਾਂ, ਬੱਕਰੀ ਕ੍ਰਾਸਿੰਗ ਤੋਂ 150 ਦਿਨ ਬਾਅਦ ਡਿਲੀਵਰ ਕਰਦੀ ਹੈ, ਯਾਨੀ 145 ਦਿਨ ਤੋਂ ਲੈ ਕੇ 155 ਦਿਨਾਂ ਤੱਕ ਬੱਕਰੀ ਡਿਲੀਵਰ ਕਰ ਦਿੰਦੀ ਹੈ। ਅੱਛਾ ਯਾਨੀ ਕਿ 5 ਮਹੀਨੇ ਟਾਈਮ ਹੈ ਬੱਕਰੀ ਦਾ, 5 ਮਹੀਨੇ, ਬੱਕਰੀ ਦਾ ਹਮਲ ਦਾ ਟਾਈਮ 5 ਮਹੀਨੇ। 5 ਮਹੀਨੇ ਹਾਂਜੀ। ਤੁਸੀਂ ਆਪਣੀ ਬੱਕਰੀ ਜਦੋਂ ਕ੍ਰਾਸ ਕਰਵਾਣੀ, ਤੁਸੀਂ ਇਹ ਦਿਨਾਂ ਦੇ ਮੁਤਾਬਕ ਕ੍ਰਾਸ ਕਰਵਾਣੀ ਹੈ ਕਿ ਤੁਹਾਡੀ ਬੱਕਰੀ ਸਰਦੀਆਂ 'ਚ ਡਿਲੀਵਰ ਨਾ ਕਰੇ। ਅੱਛਾ ਮਤਲਬ ਤੁਸੀਂ ਕ੍ਰਾਸ ਕਰਾਓ ਸਤੰਬਰ ਅਕਤੂਬਰ ਦੇ ਵਿੱਚ, ਹੂੰ, ਤਾਂ ਵੀ ਮਾਰਚ ਅਪ੍ਰੈਲ ਦੇ ਵਿੱਚ ਜਾ ਕੇ ਬੱਚੇ ਪੈਦਾ ਕਰੇਗੀ ਬੱਕਰੀ ਤੁਹਾਡੀ। ਹੂੰ, ਅਗਰ ਤੁਸੀਂ ਜਨਵਰੀ ਫਰਵਰੀ 'ਚ ਕਰਵਾਉਂਦੇ ਹੋ ਤਾਂ ਵੀ ਮਈ ਤੋਂ ਅੱਗੇ ਜੂਨ ਜੁਲਾਈ ਦੇ ਬੱਚੇ ਪੈਦਾ ਹੋਣਗੇ, ਕਿਉਂਕਿ ਸਰਦੀਆਂ ਦਾ ਜਿਹੜਾ ਬੱਚਾ ਪੈਦਾ ਹੁੰਦਾ ਨਾ, ਹੂੰ, ਉਹਦੇ ਮਰਨ ਦੇ 97% ਚਾਂਸਸ ਨੇ, ਅੱਛਾ ਤੇ ਜਿਹੜਾ ਬੱਚਾ ਗਰਮੀਆਂ 'ਚ ਪੈਦਾ ਹੁੰਦਾ ਉਹਦੇ ਬਚਣ ਦੇ 97% ਚਾਂਸਸ ਨੇ। ਠੀਕ ਹੈ। ਜਦੋਂ ਵੀ ਬੱਕਰੀ ਤੁਸੀਂ ਕ੍ਰਾਸ ਕਰਵਾਓ, ਦਿਨਾਂ ਦਾ ਹਿਸਾਬ ਲਾ ਲਿਆ ਕਰੋ। ਤੁਹਾਡੀ ਬੱਕਰੀ ਦੇ ਅਗਰ ਹੀਟ ਆਇਆ ਹੁੰਦੀ ਤਾਂ ਕੋਈ ਫਰਕ ਨਹੀਂ ਪੈਂਦਾ, 14 ਦਿਨ ਬਾਅਦ ਉਹਨੇ ਫਿਰ ਹੀਟ ਤੇ ਆ ਜਾਣਾ। ਕਿਉਂਕਿ ਇਹੀ ਦਾ ਪ੍ਰੋਫਿਟ ਹੈ ਜੀ, ਫਾਰਮਰ ਦਾ ਪ੍ਰੋਫਿਟ ਬੱਚੇ ਨੇ। ਅਗਰ ਬੱਚੇ ਖਤਮ ਹੋ ਗਏ, ਜ਼ਾਇਆ ਹੋ ਗਏ, ਤੇ ਫਿਰ ਤੇ ਗਾਣੀ ਕੋਈ ਨਹੀਂ ਆਮਰ ਡੋਗਰ ਸਾਹਿਬ। ਬੱਚੇ ਬਚਾਓ ਆਪਣੇ ਫਾਰਮ ਦੀ ਗਰੋਥ ਵਾਸਤੇ, ਆਪਣੇ ਆਪ ਨੂੰ ਪ੍ਰੋਫਿਟ ਦੇਣ ਵਾਸਤੇ, ਨਸਲ ਵਧਾਉਣ ਵਾਸਤੇ ਕੋਸ਼ਿਸ਼ ਕਰੋ ਕਿ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਬਚਾਓ। ਅਗਰ ਫਰਜ਼ ਕਰੋ ਬੱਕਰੀ ਸਰਦੀਆਂ 'ਚ ਸੂ ਪੈਂਦੀ ਹੈ, ਠੀਕ ਹੈ, ਹਾਂਜੀ, ਉਹਦਾ ਕੋਈ ਪ੍ਰੋਟੋਕੋਲ ਵੀ ਦੱਸੋ ਜੀ। ਅਮਜਦ ਭਾਈ ਉੱਥੇ ਫਿਰ ਉਹਦੇ ਆਸੇ ਬਹੁਤ ਕੁਝ ਹੁੰਦਾ ਹੈ ਕਿ ਮਤਲਬ ਤੁਸੀਂ ਬੱਕਰੀ ਦੇ ਕੋਲ ਤੁਸੀਂ ਅੱਗ ਕੋਲੇ ਜਲਾਓ, ਹੂੰ, ਠੀਕ ਹੈ ਨਾ, ਕੋਈ ਬੱਚਿਆਂ ਨੂੰ ਤੁਸੀਂ ਹੀਟ ਵਾਲੀ ਜਗ੍ਹਾ ਤੇ ਰੱਖੋ। हमारे दोस्त ने थोड़ी देर पहले फोन किया है ना ਤੁਹਾਡੇ ਸਾਹਮਣੇ, ਉਹਨੇ ਬੱਕਰੀ ਡਿਲੀਵਰ ਕੀਤੀ ਜੀ ਤੇ ਉਹ ਬੱਚੇ ਮਰ ਗਏ। ਮੈਂ ਉਹਨਾਂ ਨੂੰ ਕੱਲ ਵੀ ਇਹੀ ਗੱਲ ਕੀਤੀ ਕਿ ਮੈਂ ਕਿਹਾ ਯਾਰ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਦੀ ਤੋਂ ਬਚਾਓ, ਠੀਕ ਹੈ, ਸਰਦੀ ਉਹ ਕਮਰਾ ਗਰਮ ਰੱਖੋ, ਅੱਗ ਜਲਾ ਕੇ ਰੱਖੋ, ਲੇਕਿਨ ਉਹ ਫਿਰ ਉਹਦੇ ਵਾਸਤੇ ਜਿਵੇਂ ਥੱਲੇ ਕੋਈ ਪਰਾਲੀ ਵਿਛਾਈ ਜਾਂਦੀ ਹੈ, ਕੋਈ ਕੱਪੜਾ ਮੋਟਾ ਰੱਖਿਆ ਜਾਂਦਾ ਹੈ ਤੇ ਨਾਲ ਕੋਈ ਹੀਟਰ ਸ਼ੀਟਰ ਜਲਾਏ ਜਾਂਦੇ ਨੇ, ਲੇਕਿਨ ਇੰਨੀ ਖਪਤ ਦਾ ਕੀ ਫਾਇਦਾ? ਕਿਉਂ? ਜਦੋਂ ਤੁਸੀਂ ਅਗਰ 2-4 ਦਿਨ ਉੱਪਰ ਨੀਚੇ ਕਰਕੇ ਦੇਖੋ, ਜਿਹੜੀ ਤੁਹਾਡੇ ਦੋਸਤ ਕੱਲ ਬੱਕਰੀ ਡਿਲੀਵਰ ਕੀਤੇ ਹੈ, ਅਗਰ ਇੱਕ ਮਿਸਾਲ ਉਹਦੀ ਬੱਕਰੀ ਜਾ ਕੇ ਮਾਰਚ 'ਚ ਡਿਲੀਵਰ ਕਰ ਜਾਂਦੀ ਹੈ, 2 ਮਹੀਨੇ ਪਿੱਛੇ ਬੱਚੇ ਪੈਦਾ ਕਰ ਦੇਣ, ਕਿਆਮਤ ਆ ਜਾਣੀ, ਉਹ ਬੱਚੇ ਬਚ ਜਾਣੇ ਸੀ। 3 ਮਹੀਨੇ 4 ਮਹੀਨੇ ਦਾ ਬੱਚਾ ਜਿਹੜਾ ਵੇ ਮੌਸਮਾਂ ਦੀ ਉਤਾਰ ਚੜ੍ਹਾਈ ਨੂੰ ਬਰਦਾਸ਼ਤ ਕਰ ਲੈਂਦਾ ਹੈ। ਅੱਛਾ ਮੈਂ ਵੀ ਇੱਕ ਹੋਰ ਚੀਜ਼, ਬੱਕਰੀਆਂ ਅਕਸਰ ਕੀ ਹੁੰਦਾ ਵੇ ਕਿ ਚੌਥੇ ਮਹੀਨੇ ਦੇ ਵਿੱਚ ਆ ਕੇ ਥੰਜ ਵੱਡਾ ਛੋਟਾ ਕਰ ਜਾਂਦੇ। ਇਹ ਸਵਾਲ ਮੇਰੇ ਜ਼ਿਹਨ 'ਚ ਕਿਉਂ ਜੀ? ਮੇਰੇ ਜ਼ਿਹਨ 'ਚ ਜੀ ਭਾਈ ਜ਼ਹਿਨ ਦੀ connection ਹੋ ਰਹੀ ਹੈ ਨਾ। ਖੁਰਾਕ ਚਲਾ ਰਹੇ ਸੀ ਬਿਲਕੁਲ ਆਵਾਨੇ ਦੇ ਮੁਤਲਕ। ਅੱਛਾ ਚੌਥੇ ਮਹੀਨੇ ਦੇ ਵਿੱਚ ਅਕਸਰ ਆ ਕੇ ਨਾ ਬੱਕਰੀਆਂ ਥਣ ਵੱਡਾ ਛੋਟਾ ਕਰ ਜਾਂਦੇ ਨੇ। ਅਮਜਦ ਭਾਈ ਉਹਦੇ 'ਚ ਅਸੀਂ ਕੀ ਕਰਨਾ ਹੈ, ਜਿਹੜਾ ਥਣ ਛੋਟਾ ਹੈ ਨਾ ਤੇ ਇੱਕ ਥਣ ਵੱਡਾ ਹੈ, ਵੱਡਾ ਥਣ ਅਸੀਂ ਪੂਰਾ ਚੋ ਲੈਣਾ ਹੈ, ਠੀਕ ਹੈ, ਉਹਦੇ ਜੋ ਫਲੂਡ ਵੀ ਅਸੀਂ ਪੂਰਾ ਕੱਢ ਦੇਣਾ ਹੈ। ਅੱਛਾ, ਜਿਹੜਾ ਛੋਟਾ ਥਣ ਉਹਦੇ ਉਹਦੇ 'ਚ ਅਸੀਂ ਥੋੜੇ ਡੋਕੇ ਜਿਹੜੇ ਨੇ ਅਸੀਂ ਉਹ ਰੋਕਦੇ ਜਾਣੇ ਨੇ, ਠੀਕ ਹੈ। ਯਾਨੀ ਕਿ ਕਿਸਾ ਮੈਂ ਦੱਸਦਾ, ਦੇਖੋ ਇਹ ਥਣ ਹੈ, ਇੱਕ ਥਣ ਉੱਪਰ ਚੜ ਗਿਆ, ਇੱਕ ਥਣ ਥੱਲੇ ਨੇ ਛੋਟਾ ਹੋ ਗਿਆ। ਅਸੀਂ ਕੀ ਕਰਨਾ, ਅਸੀਂ ਇਸ ਥਣ ਨੂੰ ਚੋਂਦੇ ਰਹਿਣਾ, ਠੀਕ ਹੈ, ਛੋਟੇ ਨੂੰ, ਹਾਂਜੀ ਵੱਡੇ ਨੂੰ, ਵੱਡਾ ਥਣ ਚੋਂਦੇ ਰਹਾਂਗੇ, ਵੱਡਾ ਥਣ ਖਿਚਾਓ ਮਤਲਬ ਘੱਟ ਦੇ ਵਿੱਚ ਆ ਜਾਏਗਾ, ਉਹ ਫਲੂਡ ਸਾਰਾ ਇਹਦੇ ਜਮਾ ਅਸੀਂ ਕਰਨਾ ਹੈ। ਦੁੱਧ ਦੇ ਜੋ ਵੀ ਅਸੀਂ ਇਹਦੇ 'ਚ ਅਸੀਂ ਰੋਜ਼ ਥੋੜਾ ਦੁੱਧ ਛੱਡਦੇ ਜਾਣਾ, ਠੀਕ ਹੈ। ਅਸੀਂ ਇਹਨੂੰ ਭਰ ਕੇ ਉਹਦੇ ਬਰਾਬਰ ਰੱਖਣਾ ਹੈ। ਅੱਛਾ, ਜਿੱਥੇ ਬੱਕਰੀ ਨੇ ਡਿਲੀਵਰ ਕਰਨਾ ਇਨਸ਼ਾਅੱਲਾ ਥਣ ਬਰਾਬਰ ਕਰ ਦੇਗੀ। ਇਹ ਮਾਮਲਾਤ ਆਣ ਹੀ ਨਾ ਤੇ ਇਹੋ ਜਿਹੇ ਤਰਤੀਬ ਕਰੋ, ਇਹੋ ਜਿਹੇ ਤਰਕੀਬ ਕਰੋ ਜਨਾਬ ਅਲਾ, ਕਾਲੀ ਮਿਰਚ, ਜੀਰੀ, ਕਾਲੀ ਜੀਰੀ। ਅਮਜਦ ਭਾਈ ਅਸੀਂ ਇਹ ਅਸੀਂ ਵੀਡੀਓ ਪਹਿਲੇ ਬਣਾ ਚੁੱਕੇ, ਸਾਰਿਆਂ ਨੁਕਸੇ ਦਾ ਇੱਕ ਪਿਓ ਅਸੀਂ ਦੋਸਤਾਂ ਨੂੰ ਦੱਸਿਆ ਹੋਇਆ ਹੈ, ਉਹ ਬਣਾ ਬਿਲਕੁਲ ਕਾਲੀ ਉਹ ਲਾਲ ਮਿਰਚ ਜਿਹੜਾ ਕਾੜਾ ਬਣਾਇਆ ਸੀ, ਓਏ ਹੋਏ ਜ਼ਬਰਦਸਤ। ਉਹ ਤਾਂ ਇਹ ਕਰੋਗੇ ਥਣ ਦਾ ਮਸਲਾ ਸਾਰਾ ਹੀ ਖਤਮ ਹੋ ਜਾਏਗਾ, ਆਏਗਾ ਨਹੀਂ, ਸਾੜੂ ਨਹੀਂ ਹੋਏਗਾ। ਅੱਛਾ ਸਪੋਜ਼ ਕਰੋ ਜੀ ਬੱਕਰੀ ਦੇ ਸੂਣ ਤੋਂ ਬਾਅਦ
ਠੀਕ ਹੈ। ਅਗਰ ਉਹ ਥਣ ਦੇ ਵਿੱਚ ਸੋਜਨ ਆ ਗਈ ਤਾਂ ਤੁਸੀਂ ਜਨਾਬ ਬੜਾ ਬਿਹਤਰੀਨ ਫਾਰਮੂਲਾ ਉਸਤਾਦ ਕੋਲ ਬੈਠੇ ਨੇ ਔਰ ਅਸੀਂ ਵੀ ਉਸਤਾਦਾ ਕੋਲ ਸਿੱਖਿਆ ਔਰ 5 ਸਾਲ ਤੋਂ ਸਿੱਖਦੇ ਪਏ ਹਾਂ। ਲਾਲ ਮਿਰਚ ਜਨਾਬ ਤੁਸੀਂ ਜਿਹੜੀ ਅਸੀਂ ਸਾਲਨ 'ਚ ਇਸਤੇਮਾਲ ਕਰਦੇ ਹਾਂ ਉਹਨੂੰ ਤੁਸੀਂ ਦਹੀਂ ਦੇ ਵਿੱਚ ਮਿਕਸ ਕਰਕੇ 2 ਚਮਚ ਭਰ ਕੇ, ਤੁਸੀਂ ਕਹੋਗੇ ਜੀ ਓਏ 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 ਦੋ ਜ਼ਿਆਦਾ ਹੈ, ਇਹ ਤਾਂ ਜਨਾਬ ਬੜਾ ਮਸਲਾ ਹੋ ਜਾਏਗਾ। ਤੁਸੀਂ ਇੱਕ ਦਫਾ ਦਿਓ 2 ਚਮਚ ਔਰ ਇਨਸ਼ਾਅੱਲਾ ਬੱਕਰੀ ਨੂੰ ਜਨਾਬ ਦੂਜੇ ਦਿਨ ਅੱਲਾਹ ਪਾਕ ਖੈਰ ਕਰ ਦੇਗਾ। ਇੱਕ ਦੇਸੀ ਟੋਟਕਾ ਹੋਰ ਜਨਾਬ, ਬਹੁਤ ਜ਼ਬਰਦਸਤ ਫਾਰਮੂਲਾ। ਸਾਡੇ ਇਲਾਕੇ ਦੇ ਵਿੱਚ ਇਹ ਜਿਹੜੀ ਚਿਊਟੀਆਂ ਅਸੀਂ ਇਹਨਾਂ ਨੂੰ ਪਹਿਲੇ ਕਹਿੰਦੇ, ਜਿਹੜੀ ਸਾਡੀ ਤਲਗੰਗ ਦੀ ਲੈਂਗੁਏਜ ਹੈ, ਇਹ ਇਹਨਾਂ ਦੀ ਦਰਵਾਜ਼ਾ ਖੋਲ੍ਹ ਜੀ, ਇਹਨਾਂ ਦੀ ਜਿਹੜਾ ਜਿਸ ਜਗ੍ਹਾ ਤੇ ਮਿੱਟੀ ਹੁੰਦੀ ਹੈ, ਮਿੱਟੀ ਇਕੱਠੀ ਹੁੰਦੀ ਹੈ, ਉਹ ਬਹੁਤ ਬਰੀਕ ਬੜਾ ਜ਼ਬਰਦਸਤ ਸਫੂਫ ਜਿਹਾ ਬਣਿਆ ਹੁੰਦਾ ਹੈ। ਉਹ ਬੱਕਰੀ ਦੇ ਥਣ ਦੇ ਉੱਤੇ ਲੇਪ ਕਰ ਦਿਓ ਤੇ ਉਹ ਜਨਾਬ ਬੱਕਰੀ ਦੇ ਜਿਹੜਾ ਹਵਾਨ ਦਾ ਸੋਜ਼ਿਸ਼ ਹੈ ਇਨਸ਼ਾਅੱਲਾ ਉਹ ਵੀ ਠੀਕ ਹੋ ਜਾਏਗੀ ਜੀ। ਅੱਛਾ ਅਮਜਦ ਭਾਈ, ਇਹਦੇ ਵਿੱਚ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਤੁਹਾਡੀ ਬੱਕਰੀ ਜਿਸ ਤਰ੍ਹਾਂ ਹੀ 3-3.5 ਮਹੀਨੇ ਕ੍ਰਾਸ ਹੋ, ਜਿਸ ਤਰ੍ਹਾਂ ਤੁਸੀਂ ਬੱਕਰੀ ਦੂਸਰੀ ਬੱਕਰੀ ਤੋਂ ਅਲੱਗ ਕਰੋ ਉਹਨੂੰ ਝੋਲਾ ਲਾਜ਼ਮੀ ਚੜਾ, ਕਿਉਂਕਿ ਇਹ ਜਿੰਨਾ ਵੀ ਸਾੜੂ ਵਗੈਰਾ ਇਹ ਸਾਰਾ ਹੀ ਗੰਦ ਤੋਂ, ਬਿਲਕੁਲ ਡਸਟ ਤੋਂ, ਮੇਂਗਣਾ ਤੋਂ ਉਹ ਜਾਨਵਰ ਦੇ ਥਣ ਉੱਤੇ ਖਰਾਬ ਹੁੰਦੇ ਨੇ। ਅਗਰ ਤੁਸੀਂ ਝੋਲਾ ਚੜਾ ਕੇ ਰੱਖੋਗੇ ਤਾਂ ਬੱਕਰੀ ਤੁਹਾਡੀ ਖਰਾਬ ਹੀ ਨਹੀਂ। ਟੌਪਿਕ ਅਸੀਂ ਬੜੀ ਕੋਸ਼ਿਸ਼ ਕੀਤੀ ਜਨਾਬ ਅਲਾ ਕਿ ਸਹੀ ਤਰੀਕੇ ਨਾਲ ਤੁਸੀਂ ਸਮਝਾ ਸਕੀਏ। ਦੇਖੋ ਜੀ ਗੱਲ ਇਸ ਤਰ੍ਹਾਂ ਹੈ ਕਿ ਅਮਰ ਡੋਗਰ ਸਾਹਿਬ ਨੇ ਵੀ ਇਸ ਤੋਂ ਪਹਿਲੇ ਆਪਣੇ ਚੈਨਲ ਦੇ ਸੋਨੇ ਬੱਕਰੇ ਤੇ ਵੀਡੀਓ ਲਾਈ ਕਿ YouTube ਤੋਂ ਅਸੀਂ ਕੋਈ ਪੈਸਾ ਪੂਸਾ ਸਾਨੂੰ ਕੋਈ ਨਹੀਂ ਆ ਰਿਹਾ, ਤੇ ਭਾਈ ਜੀ ਸਾਨੂੰ ਵੀ ਪੈਸਾ ਕੋਈ ਨਹੀਂ ਆ ਰਿਹਾ, ਫਿਲਹਾਲ ਪੱਲੇ ਹੀ ਲਾਈ ਜਾ ਰਿਹਾ। ਅੱਛਾ ਇੱਕ ਚੀਜ਼ ਹੈ, ਨੀਅਤ ਦੇ ਉੱਤੇ ਡਿਪੈਂਡ ਕਰਦਾ ਜੀ ਭਾਈਜਾਨ। ਅਗਰ ਨੀਅਤ ਠੀਕ ਹੋਵੇ ਰੱਬ ਦੀ ਜ਼ਾਤ ਦੂਜੀ ਸਾਈਡ ਤੋਂ ਦੇ ਦਿੰਦੀ। ਰੱਬ ਨੇ ਬਹੁਤ ਦਿੱਤਾ ਹੈ, ਅੱਲਾਹ ਪਾਕ ਦੀ ਜ਼ਾਤ ਦਾ ਬਹੁਤ ਕਰਮ ਹੈ। ਅਸੀਂ ਇਹ ਖਿਦਮਤ ਖਲਕ ਕਰ ਰਹੇ ਹਾਂ ਔਰ ਅੱਲਾਹ ਤਾਲਾ ਦੀ ਮਖਲੂਕ ਦੀ ਖਿਦਮਤ ਹੈਵਾਨ ਹੈ, ਉਹਨਾਂ ਦੀ ਜ਼ਬਾਨ ਕੋਈ ਨਹੀਂ। ਅਸੀਂ ਕਹਿੰਦੇ ਹਾਂ ਕਿ ਸਾਡੀ ਵਜ੍ਹਾ ਤੋਂ ਐਸੀ ਟ੍ਰੀਟਮੈਂਟ ਜਨਾਬ ਅਸੀਂ ਸ਼ੇਅਰ ਕਰੀਏ ਕਿ ਜਿਹਦੀ ਵਜ੍ਹਾ ਤੋਂ ਜ਼ਬਾਨ ਨੂੰ ਫਾਇਦਾ ਹੋ ਜਾਵੇ। ਵੀਡੀਓ ਨੂੰ ਕੋਸ਼ਿਸ਼ ਕਰਿਆ ਕਰੋ, ਲਾਜ਼ਮੀ ਸ਼ੇਅਰ ਕਰਿਆ ਕਰੋ ਔਰ ਮੁਕੰਮਲ ਵੇਖਿਆ ਕਰੋ। ਕਮੈਂਟ ਦੇ ਵਿੱਚ ਦੱਸਿਆ ਕਰੋ ਟੌਪਿਕ ਕਿ ਯਾਰ ਇਸ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਬਣਾਓ, ਅੱਛੀ ਗੁਫ਼ਤਗੂ, ਅੱਛੇ ਟੌਪਿਕ ਜਨਾਬ ਸਾਨੂੰ ਦੱਸੋ ਤੇ ਮਾਸ਼ਾਅੱਲਾ ਦਾ ਕਮੈਂਟ ਕਰਿਆ ਕਰੋ। ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ। ਆਮਰ ਡੋਗਰ ਸਾਹਿਬ ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ, ਅੱਲਾਹ ਪਾਕ ਤੁਹਾਨੂੰ ਆਬਾਦ ਰੱਖੇ। ਮਿਲਦੇ ਹਾਂ ਨੈਕਸਟ ਖੂਬਸੂਰਤ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖਣਾ, ਆਪਣੀਆਂ ਦੁਆਵਾਂ ਯਾਦ ਰੱਖਣਾ। ਅੱਲਾਹ ਹਾਫਿਜ਼। ਠੀਕ ਹੋ? ਹੈਲੋ।